ਝੋਨੇ ਦਾ ਸੀਜ਼ਨ ਹੋਣ ਕਰਕੇ ਬਹੁਤ ਹੀ ਘੱਟ ਲੋਕ ਨੇ ਜਿਹੜੇ ਉਹ ਵੋਟ ਪਾਉਣ ਦੇ ਲਈ ਪਹੁੰਚੇ ਨੇ। ਇਹ ਅੰਕੜਾ ਜਿਹੜਾ 40 ਤੇ 50 ਦੇ ਵਿੱਚ ਹੀ ਰਹਿ ਗਿਆ। ਲੋਕਾਂ ਨੂੰ ਪਤਾ ਵੀ ਹੈ ਕਿ ਵੋਟਾਂ ਪਾਈਏ ਨਾ ਪਾਈਏ ਕੋਈ ਫਰਕ ਤਾਂ ਪੈਣਾ ਨਹੀਂ, ਨਾ ਪੰਜਾਬ ਦੀ ਸਰਕਾਰ ਨੂੰ ਪੈਣਾ ਨਾ ਕੇਂਦਰ ਦੀ ਨੂੰ ਪੈਣਾ। ਜੇ ਆਪਾਂ ਸੰਗਰੂਰ ਦੀ ਗੱਲ ਕਰੀਏ ਤਾਂ ਅੱਜ ਤੱਕ ਸੰਗਰੂਰ ਦੇ ਵਿੱਚ ਝਾਤੀ ਮਾਰੋ, ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਉਹਦਾ MP ਨਹੀਂ ਬਣਿਆ ਕਦੇ। ਮੈਂ ਆ 22 ਸਾਲਾਂ ਦੀ ਗੱਲ ਹੀ ਕਰ ਲਾਂ। 2009 ਦੇ ਵਿੱਚ ਸਰਕਾਰ ਬਣ ਗਈ ਸ਼੍ਰੋਮਣੀ ਅਕਾਲੀ ਦਲ ਦੀ ਤੇ ਜਿੱਤ ਗਏ ਵਿਜੇਂਦਰ ਸਿੰਗਲਾ ਕਾਂਗਰਸ ਵੱਲੋਂ। ਹਾਲ ਤਾਂ ਪਟਿਆਲੇ ਦੀ ਲੋਕ ਸਭਾ ਵੀ ਵਿੱਚ ਵਿਚਾਲੇ ਫਸੀ ਵੀ ਹੈ, ਕਿਉਂਕਿ ਬੀਬੀ ਪ੍ਰਨੀਤ ਕੌਰ ਪੰਜਾਬ ਲੋਕ ਕਾਂਗਰਸ 'ਚ ਛੱਡ ਗਏ ਨੇ ਕਾਂਗਰਸ ਨੂੰ। ਇਹ ਵੀ ਤਲਵਾਰ ਸਾਡੇ ਸਿਰ ਤੇ ਲਟਕਦੀ ਹੈ, ਕਿਸੇ ਵੇਲੇ ਵੀ ਇੱਥੇ ਚੋਣ ਹੋ ਸਕਦੀ ਹੈ। ਝੋਨੇ ਦਾ ਸੀਜ਼ਨ ਸਿਖਰਾਂ ਤੇ ਹੈ, ਲੇਬਰ ਦੀ ਬਹੁਤ ਵੱਡੀ ਸਮੱਸਿਆ ਹੈ, ਕੋਈ ਬੰਦਾ ਦਿਹਾੜੀ ਛੱਡ ਕੇ ਵੋਟ ਪਾਉਣ ਨਹੀਂ ਆਉਂਦਾ। ਝੋਨੇ ਦਾ ਸੀਜ਼ਨ ਸਿਖਰਾਂ ਤੇ ਹੈ। ਸ਼ੁਕਰ ਕਰੋ ਕਿ ਤਾਂ 20 ਜੂਨ ਨੂੰ ਆ ਗਈਆਂ, 23 ਜੂਨ ਨੂੰ ਜੇ ਮਹੀਨਾ ਕੁ ਪਛੜ ਕੇ ਆਈਆਂ ਹੁੰਦੀਆਂ ਤਾਂ ਬਿਜਲੀ ਦੀ ਸਪਲਾਈ ਨੇ ਚੇਤਾਦਾਨੀ ਚੇਤੇ ਕਰਾ ਦੇਣੀ ਸੀ ਸਰਕਾਰ ਨੂੰ। ਘੱਟ ਹੈ। ਆਮ ਤੌਰ ਤੇ ਕਿਹਾ ਜਾਂਦਾ ਕਿ ਜੇ ਜ਼ਿਆਦਾ ਵੋਟ ਪੈ ਜਾਵੇ ਉਹ ਸਰਕਾਰ ਦੇ ਵਿਰੋਧ 'ਚ ਹੁੰਦੀ ਹੈ, ਜੇ ਵੋਟ ਪਰਸੈਂਟੇਜ ਘਟ ਜੇ ਉਹ ਸਰਕਾਰ ਦੇ ਹੱਕ 'ਚ ਹੁੰਦੀ ਹੈ। ਪਤਾ ਨਹੀਂ ਹੱਕ 'ਚ ਹੈ ਕਿ ਵਿਰੋਧ 'ਚ ਹੈ। ਤੇ ਜਿਹੜਾ ਮੁੱਖ ਮੁਕਾਬਲਾ ਲੋਕਾਂ ਦੇ ਮੁਤਾਬਕ, ਅਸੀਂ ਨਹੀਂ ਕਹਿੰਦੇ ਹੈਗੇ ਕਿ ਉਹ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚ ਲੱਗ ਰਿਹਾ ਹੈ। ਆਮ ਆਦਮੀ ਪਾਰਟੀ ਤੇ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਵਿੱਚ ਪਤਾ ਨਹੀਂ ਕੀ ਹੁੰਦਾ ਕੀ ਨਹੀਂ ਹੁੰਦਾ, ਪਰ ਉਧਮ ਠਾਕਰੇ ਨੇ ਸਰਕਾਰੀ ਰਿਹਾਇਸ਼ ਛੱਡਤੀ। ਉਹ ਸਹਿਕਾਰੀ ਰਿਹਾਇਸ਼ ਛੱਡ ਕੇ ਕਿਸੇ ਹੋਰ ਥਾਂ ਤੇ ਚਲੇ ਗਏ ਨੇ। ਇਹ ਕੀ ਸੰਕੇਤ ਦਿੰਦਾ ਹੈ? ਜੇ ਉਹਨਾਂ ਨੇ ਭੰਗ ਕਰਤੀ ਤਾਂ ਰਾਸ਼ਟਰਪਤੀ ਰਾਜ ਲੱਗ ਜਾਏਗਾ, ਗਵਰਨਰੀ ਰਾਜ ਲੱਗ ਜਾਏਗਾ, ਦੁਬਾਰਾ ਤੋਂ ਚੋਣਾਂ ਹੋਣਗੀਆਂ। ਜੇਕਰ ਗੱਲ ਕੀਤੀ ਹੈ ਸਿੱਧੂ ਮੂਸੇਵਾਲਾ ਕਤਲकांड ਦੀ, ਤਾਂ ਸਿੱਧੂ ਮੂਸੇਵਾਲਾ ਕਤਲकांड ਦੀ ਜ਼ਿੰਮੇਵਾਰੀ ਬਾਰ-ਬਾਰ ਜਿਹੜੇ ਗੋਲਡੀ ਬਰਾੜ ਲੈ ਰਹੇ ਨੇ, ਜਿੱਥੇ ਚੱਲਦੇ ਆ ਪੁਲਿਸ ਵੱਲੋਂ ਉਸ ਦੇ ਕੁਝ ਸਾਥੀਆਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਦੀ ਤਾਂ ਅੱਜ ਪਟਿਆਲਾ ਜੇਲ੍ਹ ਪਹੁੰਚੇ, ਜਿੱਥੇ ਬਿਕਰਮ ਮਜੀਠੀਆ ਨਾਲ ਜਿਹੜੀ ਉਹਨਾਂ ਨੇ 1 ਘੰਟਾ ਮੁਲਾਕਾਤ ਕੀਤੀ। ਰਾਹਤ ਮਿਲਣੀ ਹੈ ਬਿਕਰਮ ਸਿੰਘ ਮਜੀਠੀਆ ਸਾਹਿਬ ਨੂੰ, ਉਹ ਤਾਂ ਮਿਲਣੀ ਹੈ ਸਿਰਫ ਤੇ ਸਿਰਫ ਕਾਨੂੰਨਾਂ ਦੇ ਮੁਤਾਬਕ। ਜੀ, ਬੀਜੇਪੀ ਨੇ ਜਿਹੜੀ ਉਹ ਬਾਜੀ ਮਾਰੀ ਹੈ, ਇਹ 'ਚ ਕੋਈ ਸ਼ੱਕ ਨਹੀਂ ਜੀ। ਦੇਖੋ ਉੱਥੇ ਸਰਕਾਰ ਵੀ ਬੀਜੇਪੀ ਦੀ ਹੈ। ਪਹਿਲੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਆਈ ਹੈ, ਦੂਜੇ ਨੰਬਰ ਤੇ ਆਈ ਹੈ ਕਾਂਗਰਸ, ਤੀਜੇ ਤੇ ਅਨੈਲੋ ਹੈ। ਜੀ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਬੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ 'ਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ। ਉਹਨਾਂ ਦਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪੰਗੂ ਸਾਹਿਬ, ਕੀ ਹਾਲ ਹੈ ਜੀ? ਵਧੀਆ ਜੀ ਵਧੀਆ। ਢਿੱਲੋਂ ਸਾਹਿਬ, ਜੇਕਰ ਅੱਜ ਦੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ ਜਿਮਣੀ ਚੋਣਾਂ ਹੋ ਰਹੀਆਂ ਨੇ, ਜਿਸ ਨੂੰ ਲੈ ਕੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਜੇਕਰ ਗੱਲ ਕਰੀਏ ਲੋਕਾਂ ਦੀ ਵੋਟ ਉਹਨਾਂ ਨੇ ਨਹੀਂ ਭੁਗਤਾਈ। ਝੋਨੇ ਦਾ ਸੀਜ਼ਨ ਹੋਣ ਕਰਕੇ ਬਹੁਤ ਹੀ ਘੱਟ ਲੋਕ ਨੇ ਜਿਹੜੇ ਉਹ ਵੋਟ ਪਾਉਣ ਦੇ ਲਈ ਪਹੁੰਚੇ ਨੇ ਜੀ। ਦੇਖੋ ਪੰਗੂ ਸਾਹਿਬ, ਅੱਜ ਸਵੇਰ ਤੋਂ ਹੀ ਬਹੁਤ ਹੀ ਮੱਠੇ ਤਰੀਕੇ ਦੇ ਨਾਲ ਇਹ ਵੋਟਾਂ ਦੇ ਵਿੱਚ ਉਤਸ਼ਾਹ ਸੀ। 3 ਵਜੇ ਤੱਕ ਜਿਹੜੀ ਵੋਟ ਦੀ ਪਰਸੈਂਟੇਜ ਪੰਜਾਬ ਦਾ ਇਲੈਕਟੋਰਲ ਆਫਿਸਰ ਹੈ, ਜਿਹੜੇ ਸਾਡੇ ਚੋਣ ਅਧਿਕਾਰੀ ਨੇ, ਮੁੱਖ ਚੋਣ ਅਧਿਕਾਰੀ ਡਾਕਟਰ S ਕਰਨਾ ਰਾਜੂ, ਉਹਨਾਂ ਦੇ ਦਫ਼ਤਰ ਵੱਲੋਂ 29% ਦੀ ਆਈ ਹੈ। 4 ਵਜੇ ਤੱਕ ਜਿਹੜੀ ਸਾਡੇ ਕੋਲ ਸੂਚਨਾ ਆਈ, 4-4:30 ਵਜੇ ਤੱਕ ਇਹ 35% ਦੀ ਸੀ। ਤੇ ਮੈਨੂੰ ਲੱਗਦਾ ਕਿ ਇਹ ਅੰਕੜਾ ਜਿਹੜਾ 40 ਤੇ 50 ਦੇ ਵਿੱਚ ਹੀ ਰਹਿ ਗਿਆ। ਇਸ ਤੋਂ ਵੱਧ ਵਾਲਾ ਨਹੀਂ ਲੱਗਦਾ ਹੈਗਾ। 2-3 ਗੱਲਾਂ ਨੇ। ਇੱਕ ਤਾਂ ਗੱਲ ਇਹ ਝੋਨੇ ਵਾਲੀ ਵੀ ਆ ਗਈ। ਆਮ ਤੌਰ ਤੇ ਵੋਟਾਂ ਦਾ ਉਤਸ਼ਾਹ ਜਿਹੜਾ ਹੁੰਦਾ ਉਹ ਪਿੰਡਾਂ 'ਚ ਜ਼ਿਆਦਾ ਹੁੰਦਾ ਸ਼ਹਿਰਾਂ ਦੇ ਮੁਕਾਬਲੇ। ਸ਼ਹਿਰੀ ਕਾਰੋਬਾਰੀਏ ਹੁੰਦੇ ਨੇ, ਉਹ ਛੇਤੀ ਆਪਣਾ ਕਾਰੋਬਾਰ ਨਹੀਂ ਛੱਡਦੇ। ਤੇ ਦੂਜਾ, ਲੋਕਾਂ ਨੂੰ ਪਤਾ ਵੀ ਹੈ ਕਿ ਵੋਟਾਂ ਪਾਈਏ ਨਾ ਪਾਈਏ ਕੋਈ ਫਰਕ ਤਾਂ ਪੈਣਾ ਨਹੀਂ, ਨਾ ਪੰਜਾਬ ਦੀ ਸਰਕਾਰ ਨੂੰ ਪੈਣਾ ਨਾ ਕੇਂਦਰ ਦੀ ਨੂੰ ਪੈਣਾ ਹੈ। ਹਾਂ, ਇਹ ਗੱਲ ਜ਼ਰੂਰ ਆਉਣੀ ਹੈ ਕਿ 3-4 ਮਹੀਨਿਆਂ ਦੇ ਵਿੱਚ ਹੀ ਲੋਕਾਂ ਦਾ ਸਰਕਾਰ ਵਾਲੇ ਪਾਸਿਓਂ ਮੋਹ ਭੰਗ ਜਾ ਹੋਇਆ ਲੱਗਦਾ, ਖਾਸ ਕਰ ਸੰਗਰੂਰ ਵਾਲਿਆਂ ਦਾ। ਜੇ ਆਪਾਂ ਸੰਗਰੂਰ ਦੀ ਗੱਲ ਕਰੀਏ ਤਾਂ ਅੱਜ ਤੱਕ ਸੰਗਰੂਰ ਦੇ ਵਿੱਚ ਝਾਤੀ ਮਾਰੋ, ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਉਹਦਾ MP ਨਹੀਂ ਬਣਿਆ ਕਦੇ। ਮੈਂ ਆ 22 ਸਾਲਾਂ ਦੀ ਗੱਲ ਹੀ ਕਰ ਲਾਂ। 2004 ਦੇ ਵਿੱਚ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ 7 ਤੱਕ।
ਤੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਬਣਦੇ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਵੱਲੋਂ। 2009 ਦੇ ਵਿੱਚ ਸਰਕਾਰ ਬਣ ਗਈ ਸ਼੍ਰੋਮਣੀ ਅਕਾਲੀ ਦਲ ਦੀ ਤੇ ਜਿੱਤ ਗਏ ਵਿਜੇਂਦਰ ਸਿੰਗਲਾ ਕਾਂਗਰਸ ਵੱਲੋਂ। ਉਦੋਂ ਹੋਰ ਪਾਰਟੀ ਤਾਂ ਕੋਈ ਹੁੰਦੀ ਨਹੀਂ ਸੀ। 2014 ਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਤੇ ਜਿੱਤ ਕੌਣ ਗਿਆ? ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ। ਫਿਰ 2019 ਦੇ ਵਿੱਚ ਚੋਣਾਂ ਹੋਈਆਂ ਤੇ ਪੰਜਾਬ ਦੀ ਸੱਤਾ 'ਚ ਕਾਬਜਾ ਫਿਰ ਕੈਪਟਨ ਅਮਰਿੰਦਰ ਸਿੰਘ। ਜਿੱਤਿਆ ਕੌਣ? ਪੰਜਾਬ ਦਾ ਮੁੱਖ ਮੰਤਰੀ ਮੌਜੂਦਾ ਭਗਵੰਤ ਸਿੰਘ ਮਾਨ। ਜਦੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੇ ਉਮੀਦਵਾਰ ਬਣ ਗਏ, ਉਹਨਾਂ ਨੇ ਆਪਣੀ ਮੈਂਬਰ ਪਾਰਲੀਮੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਹ ਸਾਰੀਆਂ ਪਾਰਟੀਆਂ 'ਚ ਇਹੀ ਰਿਵਾਜ ਹੈ। ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਦੇ ਉਮੀਦਵਾਰ ਨੇ ਤੇ ਫਿਰੋਜ਼ਪੁਰ ਤੋਂ ਪਾਰਲੀਮੈਂਟ ਦੀ ਚੋਣ ਵੀ ਲੜੀ ਜਾਂਦੇ ਆ। ਜੇ ਐਕਟੀ ਉਹ ਜਿੱਤ ਗਏ ਹੁੰਦੇ ਵਿਧਾਨ ਸਭਾ ਤੇ ਛੱਡਣੀ ਤਾਂ ਫਿਰੋਜ਼ਪੁਰ ਦੀ ਲੋਕ ਸਭਾ ਉਹਨਾਂ ਨੂੰ ਵੀ ਪੈਂਦੀ। ਇਹ ਲੋਕ ਸਭਾ ਤੇ ਵਿਧਾਨ ਸਭਾ ਵਾਸਤੇ ਪਾਰਟੀਆਂ ਵਾਲੇ ਵੱਖਰੇ ਵੱਖਰੇ ਉਮੀਦਵਾਰਾਂ ਦੀ ਪੈਦਾਇਸ਼ ਕਿਉਂ ਨਹੀਂ ਕਰਦੇ? ਉਹਨਾਂ ਨੂੰ ਪੈਦਾ ਕਿਉਂ ਨਹੀਂ ਕਰਦੇ? ਹਾਲ ਤਾਂ ਪਟਿਆਲੇ ਦੀ ਲੋਕ ਸਭਾ ਵੀ ਵਿੱਚ ਵਿਚਾਲੇ ਫਸੀ ਵੀ ਆ, ਕਿਉਂਕਿ ਬੀਬੀ ਪ੍ਰਨੀਤ ਕੌਰ ਪੰਜਾਬ ਲੋਕ ਕਾਂਗਰਸ 'ਚ ਛੱਡ ਗਏ ਨੇ ਕਾਂਗਰਸ ਨੂੰ। ਇਹ ਵੀ ਤਲਵਾਰ ਸਾਡੇ ਸਿਰ ਤੇ ਲਟਕਦੀ ਹੈ। ਕਿਸੇ ਵੇਲੇ ਵੀ ਇੱਥੇ ਚੋਣ ਹੋ ਸਕਦੀ ਹੈ ਅਗਲੇ ਭਵਿੱਖ ਦੇ ਵਿੱਚ। ਜਦੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣ ਕੇ ਸੀਟ ਵਿਹਲੀ ਹੋ ਗਈ, ਇੱਥੇ ਚੋਣ ਆ ਗਈ। ਅੱਜ 4 ਮਹੀਨਿਆਂ ਦਾ ਫਰਕ ਹੈ। 20 ਫਰਵਰੀ ਨੂੰ ਪੰਜਾਬ ਦੇ ਵਿੱਚ ਵੋਟਾਂ ਪਈਆਂ ਸੀਗੀਆਂ ਵਿਧਾਨ ਸਭਾ ਦੀਆਂ ਤੇ ਅੱਜ 23 ਜੂਨ ਹੈ। 4 ਮਹੀਨੇ, 4 ਮਹੀਨਿਆਂ ਦੇ ਵਿੱਚ ਬੜਾ ਵੱਡਾ ਫਰਕ। ਸਰਕਾਰ ਦੇ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ, ਇਹ ਲੋਕਾਂ ਵਿੱਚ ਉਸ ਤਰੀਕੇ ਨਾਲ ਆਪਣਾ ਪ੍ਰਭਾਵ ਛੱਡ ਨਹੀਂ ਸਕੇ। ਜੇ ਉਹ ਵਿਉਂਤਬੰਦੀਆਂ 'ਚ ਲੱਗਦੇ, ਰਾਜਨੀਤਿਕ ਵਿਅਕਤੀ ਹੁੰਦੇ, ਤਾਂ ਵੋਟ ਪਰਸੈਂਟੇਜ ਦਾ ਫਰਕ ਪੈਂਦਾ। ਇਹਦੇ ਵਿੱਚ ਵੀ ਕੋਈ ਫਰਕ ਨਹੀਂ ਕਿ ਅੱਜ ਛੁੱਟੀ ਵਾਲਾ ਦਿਨ ਨਹੀਂ। ਇਹਦੇ ਵਿੱਚ ਵੀ ਕਿ ਪਿੰਡਾਂ ਦੇ ਵਿੱਚ ਝੋਨੇ ਦਾ ਸੀਜ਼ਨ ਸ਼ਿਖਰਾਂ ਤੇ ਹੈ। ਸ਼ੁਕਰ ਕਰੋ ਕਿ ਇਹ ਤਾਂ 20 ਜੂਨ ਨੂੰ ਆ ਗਈਆਂ। 23 ਜੂਨ ਨੂੰ ਜੇ ਮਹੀਨਾ ਕੁ ਪਛੜ ਕੇ ਆਈਆਂ ਹੁੰਦੀਆਂ ਤਾਂ ਬਿਜਲੀ ਦੀ ਸਪਲਾਈ ਨੇ ਚੇਤਾਦਾਨੀ ਚੇਤੇ ਕਰਾ ਦੇਣੀ ਸੀ ਸਰਕਾਰ ਨੂੰ। ਸਰਕਾਰ ਨੇ ਇਹਨਾਂ ਦੇ ਵਾਸਾ ਤਾਂ ਨਹੀਂ ਹੈਗਾ। ਇਹ ਤਾਂ ਕੇਂਦਰ ਦੇ ਜਿਹੜੇ ਮੁੱਖ ਚੋਣ ਕਮਿਸ਼ਨ ਹੈ ਉਹਨਾਂ ਵੱਲੋਂ ਕਰਵਾਈ ਜਾਂਦੀ ਹੈ। ਸੋ ਪੰਜਾਬ ਦੇ ਵਿੱਚ ਇਹ ਚੋਣ ਆਈ ਹੈ। ਦਿੱਲੀ ਦੇ ਵਿੱਚ ਇੱਕ ਰਜਿੰਦਰ ਨਗਰ ਵਿਧਾਨ ਸਭਾ ਦੀ ਚੋਣ ਵੀ ਆਈ ਹੈ, ਉੱਥੇ ਵੀ ਇਹੀ ਹਾਲ। ਰਾਘਵ ਚੱਡੇ ਨੂੰ ਰਾਜ ਸਭਾ ਭੇਜਤਾ, ਉਹ ਸੀਟ ਖਾਲੀ ਹੋ ਗਈ ਤੇ ਉਹਦੀ ਥਾਂ ਤੇ ਉਸ ਨੂੰ ਇੱਥੇ ਬਣਾ ਲੈਂਦੇ ਰਾਜ ਸਭਾ ਦੇ ਵਿੱਚ। ਪਹਿਲਾਂ ਉਹ ਵੀ ਇੰਚਾਰਜ ਹੁੰਦਾ ਸੀ ਇੱਥੋਂ ਦਾ ਤੇ ਬੜੇ ਇਲਜ਼ਾਮ ਲੱਗੇ ਸੀ ਉਹਦੇ ਤੇ। ਜਿਹੜੇ ਬੰਦੇ ਨੂੰ ਉੱਥੇ ਟਿਕਟ ਦਿੱਤੀ ਹੈ ਇਹਨਾਂ ਨੇ ਦਿੱਲੀ ਦੇ ਵਿੱਚ। ਸੋ ਭੰਗੂ ਸਾਹਿਬ ਜੀ, ਇਉਂ ਲੱਗਦਾ ਕਿ ਸਰਕਾਰ ਦੀਆਂ ਨੀਤੀਆਂ ਲੋਕਾਂ ਦੇ ਘਟੀਆਂ ਨੇ ਤੇ ਦਾ ਜਾਂ ਤਾਲਮੇਲ ਨਹੀਂ ਬੈਠਿਆ ਹੈਗਾ। ਨਹੀਂ, ਜਿਹੜੀ ਇਹ ਪ੍ਰਤੀਸ਼ਤਤਾ ਘਟੀ ਹੈ ਵੋਟਾਂ ਦੀ, ਇਹ ਬਹੁਤ ਘੱਟ ਹੈ। ਆਮ ਤੌਰ ਤੇ ਕਿਹਾ ਜਾਂਦਾ ਕਿ ਜੇ ਜ਼ਿਆਦਾ ਵੋਟ ਪੈ ਜਾਵੇ ਉਹ ਸਰਕਾਰ ਦੇ ਵਿਰੋਧ 'ਚ ਹੁੰਦੀ ਹੈ, ਜੇ ਵੋਟ ਪਰਸੈਂਟੇਜ ਘਟ ਜੇ ਉਹ ਸਰਕਾਰ ਦੇ ਹੱਕ 'ਚ ਹੁੰਦੀ ਹੈ। ਪਤਾ ਨਹੀਂ ਹੱਕ 'ਚ ਹੈ ਕਿ ਵਿਰੋਧ 'ਚ ਹੈ। ਕੀ ਹੋਇਆ ਕੀ ਨਹੀਂ ਹੋਇਆ, ਸਾਡਾ ਕੋਲੇ ਕੋਈ ਇਸ ਤਰ੍ਹਾਂ ਦਾ ਥਰਮੋਮੀਟਰ ਨਹੀਂ ਜਿਹਦੇ ਨਾਲ ਇਹ ਦੱਸ ਦਈਏ ਕਿ ਕੌਣ ਜਿੱਤੇਗਾ। ਇਹ ਤਾਂ 26 ਤਰੀਕ ਨੂੰ ਪਤਾ ਲੱਗੇਗਾ। ਪਰ ਘੱਟ ਵੋਟ ਪੈਣੀ ਲੋਕਤੰਤਰ ਲਈ ਖਤਰੇ ਵਾਲੀ ਗੱਲ ਹੁੰਦੀ ਹੈ। ਕਿਉਂ ਲੋਕਾਂ ਦਾ ਉਤਸ਼ਾਹ ਘਟਿਆ? ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਇਸ ਪਾਸੇ ਵੱਲ
ਦੇਖਣਾ ਚਾਹੀਦਾ ਹੈ। ਠੀਕ ਹੈ, ਕੰਮ ਵੀ ਲੋਕਾਂ ਦੇ ਹੈਗੇ ਨੇ ਤੇ ਸ਼ਹਿਰਾਂ ਦੇ ਵਿੱਚ ਵੀ ਨਹੀਂ। ਆਮ ਤੌਰ ਤੇ ਪਿੰਡਾਂ ਦੇ ਲੋਕ ਤਾਂ ਜਿਵੇਂ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਕਿ ਕਾਕਾ ਮੈਨੂੰ ਤਾਂ ਚੋਣਾਂ ਘਿਓ ਵਰਗੀਆਂ ਲੱਗਦੀਆਂ ਨੇ, ਉਹਨਾਂ ਦਾ ਤੋਰਾ ਫੇਰਾ ਹੋ ਜਾਂਦਾ ਸੀ। ਸੋ ਇੱਥੇ ਜਿਹੜੀਆਂ ਇਹ ਵੋਟ ਪਰਸੈਂਟੇਜ ਦਾ ਘਟਨਾ ਪਿੰਡਾਂ ਦਾ ਤਾਂ ਆਪਾਂ ਗੱਲ ਸਮਝ ਆਉਂਦੀ ਹੈ ਕਿ ਪਿੰਡਾਂ ਦੇ ਵਿੱਚ ਇਸ ਵੇਲੇ ਝੋਨੇ ਦਾ ਸੀਜ਼ਨ ਸਿਖਰਾਂ ਤੇ ਹੈ, ਲੇਬਰ ਦੀ ਬਹੁਤ ਵੱਡੀ ਸਮੱਸਿਆ ਹੈ, ਕੋਈ ਬੰਦਾ ਦਿਹਾੜੀ ਛੱਡ ਕੇ ਵੋਟ ਪਾਉਣ ਨਹੀਂ ਆਉਂਦਾ। ਤੇ ਸਵੇਰ ਤੋਂ ਹੀ ਅੱਜ ਜਿਹੜੇ ਇੱਕਾ ਦੁੱਕਾ ਨੂੰ ਛੱਡ ਕੇ, ਬਹੁਤ ਥੋੜਿਆਂ ਨੂੰ ਛੱਡ ਕੇ, ਇੰਨਾ ਘੱਟ ਮੌਸਮ ਸੀ, ਇੰਨਾ ਘੱਟ ਵੱਟ ਸੀ ਕਿ ਬੰਦਾ ਜਾਂਦਾ ਤੇ ਬਟਨ ਦਬਾ ਕੇ 10 ਮਿੰਟਾਂ 'ਚ ਮੁੜ ਆਉਂਦਾ ਸੀ। ਔਰ ਜਿਹੜੇ ਲੋਕ ਕਿਰਤੀ ਨੇ, ਜਿਨ੍ਹਾਂ ਨੇ ਝੋਨੇ ਦੇ ਠੇਕੇ ਲਏ ਵੇ ਨੇ ਲਾਉਣ ਦੇ, ਉਹਨਾਂ ਨੂੰ 4 ਪੈਸੇ ਕਮਾਉਣ ਦਾ ਮੌਕਾ ਹੈਗਾ, ਉਹ ਤਾਂ ਕਰਕੇ ਵਿਚਾਰੇ ਉੱਧਰ ਨੂੰ ਗਏ ਵੇ ਨੇ। ਆਪਾਂ ਇਹ ਸਮਝੀਏ ਕਿ ਇਹ ਜਿਹੜਾ ਹੈਗਾ ਉਹ ਗਲਤ ਔਰ ਘੱਟ ਪਰਸੈਂਟੇਜ ਦਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੋਚਣਾ ਚਾਹੀਦਾ ਬੈਠ ਕੇ ਕਿ ਲੋਕਾਂ ਦਾ ਇਹਨਾਂ ਦੇ ਵਿੱਚ ਪ੍ਰਭਾਵ, ਇਹਨਾਂ ਦੇ ਵਿੱਚ ਕਿਉਂ ਘਟਦਾ ਜਾ ਰਿਹਾ। ਇਹ ਬਹੁਤ ਆਪਣੇ ਆਪ ਦੇ ਵਿੱਚ ਅਹਿਮ ਗੱਲ ਨਜ਼ਰ ਆ ਰਹੀ ਹੈ। ਜਿਤਨਾ ਕੀ ਨਹੀਂ ਹੈ ਕੁਛ ਨਹੀਂ ਕਹਿ ਸਕਦੇ, ਲੇਕਿਨ ਜਿਹੜੀਆਂ ਕਨਸੂਆਂ ਆ ਰਹੀਆਂ ਨੇ ਉਹਦੇ ਵਿੱਚ ਇਹ ਹੈ ਕਿ ਮੁਕਾਬਲਾ ਜਿਹੜਾ ਹੈਗਾ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਗੁਰਮੇਲ ਸਿੰਘ ਘਰਾਚੋਂ ਦੇ ਵਿਚਕਾਰ ਆ ਜ਼ਿਆਦਾ। ਤੀਜੇ ਨੰਬਰ ਦੇ ਇੱਕ ਨਾਲ ਕਾਂਗਰਸ ਆ ਗਈ ਹੈ ਤੇ ਉਸ ਤੋਂ ਬਾਅਦ ਅਕਾਲੀ ਦਲ ਹੈ, ਬੀਜੇਪੀ ਹੈ। ਤੇ ਜਿਹੜਾ ਮੁੱਖ ਮੁਕਾਬਲਾ ਲੋਕਾਂ ਦੇ ਮੁਤਾਬਕ, ਅਸੀਂ ਨਹੀਂ ਕਹਿੰਦੇ ਹੈਗੇ ਕਿ ਉਹ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚ ਲੱਗ ਰਿਹਾ ਹੈ। ਆਮ ਆਦਮੀ ਪਾਰਟੀ ਤੇ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਵਿੱਚ ਕੀ ਹੁੰਦਾ ਹੈ ਕੁਝ ਨਹੀਂ ਕਹਿ ਸਕਦੇ। ਹੋ ਸਕਦਾ ਜਿਨ੍ਹਾਂ ਨੂੰ ਲੋਕ ਨਗਲੈਕਟ ਜਾ ਕਰੀ ਬੈਠੇ ਨੇ ਕਿ ਇਹਨਾਂ ਨੇ ਤਾਂ ਜਿੱਤਣਾ ਹੀ ਨਹੀਂ, ਉਹੀ ਨਾ ਬਾਜੀ ਮਾਰ ਜਾਣ। ਇਹ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਜੀ। ਢਿੱਲੋਂ ਸਾਹਿਬ, ਇਸ ਤੋਂ ਇਲਾਵਾ ਇੱਕ ਗੱਲ ਕੀਤੀ ਜਾਵੇ ਬੂਥਾਂ ਦੀ, ਤਾਂ ਕਈ ਪਿੰਡਾਂ ਦੇ ਵਿੱਚ ਜਿਹੜੇ ਬੂਥ ਵੀ ਨਹੀਂ ਲਗਾਏ ਗਏ ਜੀ। ਇਹ ਕਾਫੀ ਜ਼ਿਆਦਾ ਪਤਾ ਲੱਗਿਆ ਜੀ। ਇੱਕ ਤਾਂ ਮਹਿਲ ਕਲਾਂ ਦੇ ਵਿੱਚ ਖਿਆਲੀ ਪਿੰਡ ਹੈ ਜੀ, ਉੱਥੇ ਕਹਿੰਦੇ ਲੋਕਾਂ ਨੇ ਸਬੂਤ ਦਿੱਤਾ ਬੂਥ ਨਹੀਂ ਲਾਇਆ। ਇਸੇ ਤਰ੍ਹਾਂ ਕਈ ਪਿੰਡਾਂ ਦੇ ਵਿੱਚ ਸਾਂਝੇ ਬੂਥ ਵੀ ਲੱਗੇ ਨੇ ਜੀ। ਕਈਆਂ ਦੇ ਵਿੱਚ, ਬਹੁਤ ਸਾਰਿਆਂ ਦੇ ਤਾਂ ਹੈ ਹੀ ਨਹੀਂ। ਟੋਟਲ 16 ਉਮੀਦਵਾਰ ਨੇ, ਮੁਕਾਬਲਾ 5 'ਚ ਹੈ। ਬਾਕੀ ਜਿਹੜੇ 11 ਨੇ ਉਹ ਤਾਂ ਪਤਾ ਨਹੀਂ ਜ਼ਮਾਨਤ ਬਚਾ ਸਕਣਗੇ ਕਿ ਨਹੀਂ। ਆ ਰਵਾਇਤੀਆਂ 'ਚੋਂ ਵੀ ਕੋਈ ਜ਼ਮਾਨਤ ਬਚਾ ਸਕੇਗਾ ਕਿ ਨਹੀਂ, ਇਹ ਤਾਂ 16 ਤਰੀਕ ਨੂੰ ਪਤਾ ਲੱਗੇਗਾ। ਪਰ ਲੋਕਾਂ ਵੱਲੋਂ ਬੂਥ ਨਾ ਲਾਉਣਾ ਪਿੰਡਾਂ ਦੇ ਵਿੱਚ ਮੇਰਾ ਮੁੱਖ ਕਾਰਨ ਹੈ ਕਿ ਇੰਨੀ ਜਲਦੀ ਲੋਕਾਂ ਦਾ ਲੋਕਤੰਤਰ ਪ੍ਰਣਾਲੀ ਦੇ ਵਿੱਚੋਂ ਵਿਸ਼ਵਾਸ ਉੱਠ ਜਾਣਾ, ਇਹ ਕਾਫੀ ਚਿੰਤਾ ਦਾ ਵਿਸ਼ਾ ਹੈ। ਇਹਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਆਪੋ ਆਪਣਾ ਜਿਹੜਾ ਵਿਚਾਰ ਕਰਨਾ ਚਾਹੀਦਾ, ਸੋਚਣਾ ਚਾਹੀਦਾ ਕਿ ਬਹੁਤ ਜਲਦੀ ਇੰਨਾ ਘੱਟ ਸਾਡਾ ਪ੍ਰਭਾਵ ਕਿਉਂ ਹੋ ਗਿਆ। ਜੀ। ਜੇਕਰ ਗੱਲ ਕੀਤੀ ਜਾਵੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਠਾਕਰੇ ਦੀ, ਤਾਂ ਉਹਨਾਂ ਨੇ ਆਪਣੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ, ਜਿਸ ਦੇ ਵਿੱਚ ਕੁੱਲ 13 ਵਿਧਾਇਕ ਨੇ ਜਿਹੜੇ ਉਹ ਪਹੁੰਚੇ ਨੇ। ਕਿਹਾ ਜਾ ਰਿਹਾ ਕਿ ਸਰਕਾਰ ਨੂੰ ਜਿਹੜਾ ਉਹ ਖਤਰਾ ਹੋ ਸਕਦਾ, ਸਰਕਾਰ ਵੀ ਕਿਤੇ ਨਾ ਕਿਤੇ ਡਿੱਗ ਸਕਦੀ ਹੈ। ਦੋਏ ਗੱਲਾਂ ਹੋ ਸਕਦੀਆਂ ਨੇ। ਹੋ ਸਕਦਾ ਉਧਮ ਠਾਕਰੇ ਸਰਕਾਰ ਭੰਗੀ ਕਰ ਦੇਣ, ਅਸੈਂਬਲੀ ਭੰਗ ਕਰ ਦੇਣ ਜੀ। ਕਹਿੰਦੇ ਉਹਦੇ ਨਾਲ 13 ਨੇ, ਲੇਕਿਨ ਉਹਨਾਂ ਦਾ ਇੱਕ ਸੰਜੇ ਰਾਊਤ ਹੈ, ਬੜਾ ਖਾਸਮ ਖਾਸ ਹੈ। ਉਹ ਕਹਿੰਦਾ ਏਕਨਾਥ ਸ਼ਿੰਦੇ ਧੜੇ ਦੇ 21 ਵਿਧਾਇਕ ਤਾਂ ਸਾਡੇ ਕੋਲੇ ਨੇ। ਪਤਾ ਨਹੀਂ ਕੀ ਹੁੰਦਾ ਕੀ ਨਹੀਂ ਹੁੰਦਾ। ਪਰ ਉਧਮ ਠਾਕਰੇ ਨੇ ਸਰਕਾਰੀ ਰਿਹਾਇਸ਼ ਛੱਡਤੀ, ਉਹ ਸਹਿਕਾਰੀ ਰਿਹਾਇਸ਼ ਛੱਡ ਕੇ ਕਿਸੇ ਹੋਰ ਥਾਂ ਤੇ ਚਲੇ ਗਏ ਨੇ। ਇਹ ਕੀ ਸੰਕੇਤ ਦਿੰਦਾ ਹੈ? ਜਿਹੜੀ ਰਾਜ ਕਰਦੀ ਦਿੱਲੀ 'ਚ ਪਾਰਟੀ ਆ ਨਾ, ਵੱਡੀ ਪਾਰਟੀ, ਉਹ ਕਹਿ ਰਿਹਾ ਕਿ ਅਸੀਂ ਕਾਂਗਰਸ ਮੁਕਤ ਭਾਰਤ ਕਰਦੇ ਨੇ। ਇਹ ਸ਼ਿਵ ਸੈਨਾ ਵੀ ਕਾਂਗਰਸ ਤੇ MCP ਦੇ ਨਾਲ ਰਲ ਕੇ ਉੱਥੇ ਸਰਕਾਰ ਚਲਾ ਰਹੀ ਸੀ। ਇਹ ਮੈਨੂੰ ਸਮਝ ਤੋਂ ਬਾਹਰ ਦੀ ਗੱਲ ਹੈਗੀ। ਸੋ ਇਸ ਵੇਲੇ ਜਿਹੜੀ ਸਥਿਤੀ ਉੱਥੇ ਬਣੀ ਹੋਈ ਹੈ, ਬੜੀ ਅਸਥਿਰਤਾ ਵਾਲੀ ਹੈ। ਜੇ ਉਹਨਾਂ ਨੇ ਭੰਗ ਕਰਤੀ ਤਾਂ ਰਾਸ਼ਟਰਪਤੀ ਰਾਜ ਲੱਗ ਜਾਏਗਾ, ਗਵਰਨਰੀ ਰਾਜ ਲੱਗ ਜਾਏਗਾ, ਦੁਬਾਰਾ ਤੋਂ ਚੋਣਾਂ ਹੋਣਗੀਆਂ। ਉਹਦੇ ਵਿੱਚ ਕੀ ਨਤੀਜਾ ਆਉਂਦਾ ਕੀ ਨਹੀਂ ਆਉਂਦਾ ਕੁਝ ਨਹੀਂ ਕਹਿ ਸਕਦੇ। ਇੱਕ ਅਜੀਬ ਕਿਸਮ ਦੀ ਸਥਿਤੀ ਹੈ ਜਿਹੜੀ ਤਕੜੇ ਦਾ 27 ਵੀ 100, ਉਹ ਸਾਰਿਆਂ ਨੂੰ ਉਸ ਤਰੀਕੇ ਦੇ ਨਾਲ ਦੱਬੀ ਫਿਰਦੇ ਨੇ ਜੀ। ਜੇਕਰ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲਾ ਕਤਲकांड ਦੀ, ਤਾਂ ਸਿੱਧੂ ਮੂਸੇਵਾਲਾ ਕਤਲकांड ਦੀ ਜ਼ਿੰਮੇਵਾਰੀ ਬਾਰ-ਬਾਰ ਜਿਹੜੇ ਗੋਲਡੀ ਬਰਾੜ ਲੈ ਰਹੇ ਨੇ, ਜਿਸ 'ਤੇ ਚੱਲਦਿਆਂ ਪੁਲਿਸ ਵੱਲੋਂ ਉਸ ਦੇ ਕੁਝ ਸਾਥੀਆਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਜੀ। ਇਹ ਕਹਿੰਦੇ ਆ ਕਿ ਲੰਬੀ ਦੇ ਵਿੱਚ ਨੇ, ਉੱਥੋਂ ਦਾ CIA ਦਾ ਇੰਚਾਰਜ ਹੈ ਰਜੇਸ਼ ਕੁਮਾਰ ਇੰਸਪੈਕਟਰ, SHO ਕੋਈ ਮਨਿੰਦਰ ਸਿੰਘ ਹੈ। ਇਹ 2 ਬੰਦੇ ਫੜੇ ਨੇ ਉਹਨਾਂ ਨੇ ਕਿ ਰਮਨਪ੍ਰੀਤ ਸਿੰਘ ਰਮਨਾ ਹੈਗਾ ਵਾਸੀ ਕਿੱਲਿਆਂ ਵਾਲੀ, ਤੇ ਦੂਜਾ ਹੈਗਾ ਨਿਖਲ ਚਾਵਲਾ ਵਾਸੀ ਡੱਬ ਵਾਲੀ। ਇਹਨਾਂ ਸੱਜਣਾ ਤੇ ਪਹਿਲਾਂ ਵੀ ਪਰਚੇ ਦਰਜ ਨੇ। ਇਹਨਾਂ 2 ਵਿਅਕਤੀਆਂ ਨੂੰ ਇਸ ਪੁਲਿਸ ਨੇ ਚੱਕ ਲਿਆ ਤੇ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਮਲੋਟ ਦੇ ਵਿੱਚ। ਉੱਥੇ ਮਾਨਯੋਗ ਜੱਜ ਸਾਹਿਬ ਨੇ ਜਿਹੜਾ 2 ਦਿਨਾਂ ਦਾ ਉਹਨਾਂ ਦਾ ਪੁਲਿਸ ਰਿਮਾਂਡ
ਅਦਾਲਤ ਨੂੰ ਦੇ ਦਿੱਤਾ। 2 ਦਿਨ ਉਹ ਪੁਲਿਸ ਰਿਮਾਂਡ ਦੇ ਵਿੱਚ ਪੁਲਿਸ ਦੇ ਕੋਲ ਹੀ ਰਹਿਣਗੇ। ਉਹਨਾਂ ਕੋਲੋਂ ਕੀ ਜਾਣਕਾਰੀ ਪੁਲਿਸ ਹਾਸਲ ਕਰਦੀ ਹੈ 2 ਦਿਨਾਂ ਦੇ ਬਾਅਦ ਫਿਰ ਪੇਸ਼ ਕਰਨਗੇ। ਜੇ ਉਹਨਾਂ ਨੂੰ ਹੋਰ ਜਾਣਕਾਰੀ ਚਾਹੀਦੀ ਹੋਈ ਤਾਂ ਉਹ ਮੰਗ ਕਰਨਗੇ ਅਦਾਲਤ ਦੇ ਵਿੱਚ ਵੀ ਸਾਨੂੰ ਹੋਰ ਪੁਲਿਸ ਰਿਮਾਂਡ ਦਿੱਤਾ ਜਾਵੇ। ਅੱਗੇ ਅਦਾਲਤ ਪੁਲਿਸ ਰਿਮਾਂਡ ਦਿੰਦੀ ਹੈ, ਨਹੀਂ ਦਿੰਦੀ, ਇਹ ਅਦਾਲਤ ਤੇ ਨਿਰਭਰ ਕਰਦਾ ਜੀ। ਇਸ ਤੋਂ ਇਲਾਵਾ ਇੱਕ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ, ਤਾਂ ਅੱਜ ਪਟਿਆਲਾ ਜੇਲ੍ਹ ਪਹੁੰਚੇ ਨੇ, ਜਿੱਥੇ ਵਿਕਰਮ ਮਜੀਠੀਆ ਨਾਲ ਜਿਹੜੀ ਉਹਨਾਂ ਨੇ 1 ਘੰਟਾ ਮੁਲਾਕਾਤ ਕੀਤੀ ਹੈ ਜੀ। ਦੇਖੋ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਸਾਲਾ ਸਾਹਿਬ ਨੇ ਜੀ। ਉਹ ਕਾਫੀ ਲੰਬੇ ਸਮੇਂ ਤੋਂ ਇੱਥੇ ਜੇਲ੍ਹ ਦੇ ਵਿੱਚ ਨੇ। ਜਦੋਂ ਤੋਂ ਵੋਟਾਂ ਪਈਆਂ ਸੀ, ਵੋਟਾਂ ਪੈਣ ਤੋਂ ਬਾਅਦ ਉਹਨਾਂ ਨੂੰ ਕਹਿ ਦਿੱਤਾ ਗਿਆ ਸੀ ਕਿ ਤੁਸੀਂ ਪੇਸ਼ ਹੋਵੋ ਜੇਲ੍ਹ 'ਚ, ਤੇ ਅਦਾਲਤ ਨੇ ਉਹਨਾਂ ਨੂੰ ਨਿਆਂਇਕ ਹਿਰਾਸਤ 'ਚ ਭੇਜਤਾ ਸੀ। ਸੁਖਬੀਰ ਸਿੰਘ ਤੇ ਬੀਬੀ ਹਰਸਿਮਰਤ ਕੌਰ ਜੀ ਦੀ ਭੈਣ ਆ ਉਹਨਾਂ ਦੇ, ਉਹ ਪਹਿਲਾਂ ਵੀ ਮਿਲਣ ਆਏ ਸੀ। ਅੱਜ ਸੁਖਬੀਰ ਸਿੰਘ ਇਕੱਲੇ ਮਿਲਣ ਆਏ ਨੇ। ਪਤਾ ਲੱਗਿਆ ਕਿ 1 ਘੰਟੇ ਦੇ ਕਰੀਬ ਵਿਕਰਮ ਸਿੰਘ ਮਜੀਠੀਆ ਤੇ, ਕਿਉਂਕਿ ਸੁਖਬੀਰ ਸਿੰਘ ਹੁਣ ਵਿਹਲੇ ਹੋ ਗਏ ਨੇ ਚੋਣਾਂ ਤੋਂ ਜੀ। ਪਹਿਲਾਂ ਉਹਨਾਂ ਦੇ ਚੋਣਾਂ 'ਚ ਰੁਝੇਵੇਂ ਸੀ, ਕਿਉਂਕਿ ਸੰਗਰੂਰ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਕਮਲਦੀਪ ਕੌਰ ਲਈ ਕਾਫੀ ਵੱਡੀ ਪੱਧਰ ਤੇ ਪ੍ਰਚਾਰ ਕੀਤਾ। ਉਹ ਪ੍ਰਚਾਰ ਦਾ ਕਿੰਨਾ ਕੁ ਅਸਰ ਪੈਂਦਾ ਉਹ ਤਾਂ 26 ਨੂੰ ਪਤਾ ਲੱਗੇਗਾ। ਲੇਕਿਨ ਅੱਜ ਉਹ ਵਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਮਿਲਣ ਵਾਸਤੇ ਇਸ ਜੇਲ੍ਹ ਦੇ ਵਿੱਚ ਪਹੁੰਚੇ ਨੇ। ਇੱਥੇ ਉਹਨਾਂ ਨੇ ਗੱਲਬਾਤ ਕੀਤੀ ਹੈ। 1 ਘੰਟੇ ਦੇ ਕਰੀਬ ਕਹਿੰਦੇ ਉਹ ਜੇਲ੍ਹ ਤੋਂ ਵਿੱਚ ਰਹੇ ਨੇ। ਉਹਨਾਂ ਨੂੰ ਹੌਸਲਾ ਦਿੱਤਾ ਹੋਣਾ, ਹੋਰ ਤਾਂ ਬੰਦਾ ਬਾਹਰਲਾ ਕੀ ਦੇ ਸਕਦਾ ਹੈਗਾ। ਬਾਕੀ ਜਿਹੜੀ ਰਾਹਤ ਮਿਲਣੀ ਹੈ ਵਿਕਰਮ ਸਿੰਘ ਮਜੀਠੀਆ ਸਾਹਿਬ ਨੂੰ, ਉਹ ਤਾਂ ਮਿਲਣੀ ਹੈ ਸਿਰਫ ਤੇ ਸਿਰਫ ਕਾਨੂੰਨਾਂ ਦੇ ਮੁਤਾਬਕ ਜੀ, ਅਦਾਲਤਾਂ ਨੇ ਦੇਣੀ ਹੈ। ਉਹਨਾਂ ਦੇ ਜਿਹੜੇ ਸਫਾਈ ਧਰਦੇ ਵਕੀਲ ਨੇ, ਉਹਨਾਂ ਦੀ ਜਿਹੜੀ ਜ਼ਮਾਨਤ ਤੇ ਦੂਜਾ ਕਿਵੇਂ ਪੇਸ਼ ਕਰਦੇ ਨੇ, ਇਹਦੇ ਤੇ ਬਹੁਤ ਕੁਝ ਨਿਰਭਰ ਕਰਦਾ ਹੈ ਜੀ। ਮੰਦਭਾਗੀ ਖਬਰ ਕਾਂਗਰਸ ਦੇ ਲਈ ਆਈ ਹੈ। ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰ ਸਨ ਮਨੋਜ ਅਰੋੜਾ, ਉਹਨਾਂ ਦਾ ਦੇਹਾਂਤ ਹੋ ਗਿਆ। ਇਹ ਜ਼ਿਲ੍ਹਾ ਯੋਜਨਾ ਬੋਰਡ ਜਲੰਧਰ ਦੇ ਕਹਿੰਦੇ ਚੇਅਰਮੈਨ ਰਹੇ ਨੇ ਜੀ। ਕਾਫੀ ਦੇਰ ਤੋਂ ਇਹ ਗੁਰਦਿਆਂ ਦੀ ਬਿਮਾਰੀ ਦੇ ਇਲਾਜ ਕਰਾ ਰਹੇ ਸੀ। ਇਹਨਾਂ ਨੂੰ ਗੁਰਦਿਆਂ ਦਾ ਹੀ ਸਮੱਸਿਆ ਸੀ, ਜਿਹਦੇ ਕਰਕੇ ਉਹ ਹਸਪਤਾਲ ਦੇ ਵਿੱਚ ਸਨ। ਲੇਕਿਨ ਅੱਜ ਉਹ ਇਸ ਮਾਮਲੇ ਮਤਲਬ ਨਾ ਸਹਾਰਦੇ ਹੋਏ ਉਹਨਾਂ ਦੇ ਗੁਰਦਿਆਂ ਨੇ ਸਾਥ ਨਹੀਂ ਦਿੱਤਾ ਤੇ ਉਹ ਰੱਬ ਨੂੰ ਪਿਆਰੇ ਹੋ ਗਏ ਨੇ। ਪੁਰਾਣੇ ਆਗੂ ਸੀ, ਚੰਗਾ ਉਹਨਾਂ ਦਾ ਉਸ ਇਲਾਕੇ ਦੇ ਵਿੱਚ ਪ੍ਰਭਾਵ ਦੱਸਿਆ ਜਾਂਦਾ ਹੈ। ਤੇ ਜਦੋਂ ਵੀ ਕੋਈ ਆਗੂ ਅਲਵਿਦਾ ਕਹਿੰਦਾ ਹੈ ਸੁਖਬੀਰ, ਉਹਦਾ ਅਸਰ ਤਾਂ ਪੈਂਦਾ ਹੀ ਹੈ ਜੀ। ਸੋ ਇਹਨਾਂ ਦਾ ਇਸ ਤਰ੍ਹਾਂ ਛੱਡ ਜਾਣਾ, ਇਹ ਸਮਝਦੇ ਹਾਂ ਕਿ ਇਹਦਾ ਅਸਰ ਤਾਂ ਪਵੇਗਾ ਜੀ। ਜੇਕਰ ਗੱਲ ਕੀਤੀ ਜਾਵੇ ਹਰਿਆਣਾ ਚੋਣਾਂ ਦੀ, ਤਾਂ ਹਰਿਆਣਾ ਦੇ ਵਿੱਚ ਲੋਕਲ ਬਾਡੀ ਦੀਆਂ ਚੋਣਾਂ ਹੋਈਆਂ ਸਨ, ਜਿਸ ਦੇ ਵਿੱਚ ਬੀਜੇਪੀ ਨੇ ਜਿਹੜੀ ਉਹ ਬਾਜੀ ਮਾਰੀ ਹੈ। ਇਹ 'ਚ ਕੋਈ ਸ਼ੱਕ ਨਹੀਂ ਜੀ। ਦੇਖੋ ਉੱਥੇ ਸਰਕਾਰ ਵੀ ਬੀਜੇਪੀ ਦੀ ਹੈ। ਪਹਿਲੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਆਈ ਹੈ, ਦੂਜੇ ਨੰਬਰ ਤੇ ਆਈ ਹੈ ਕਾਂਗਰਸ, ਤੀਜੇ ਤੇ ਅਨੈਲੋ ਹੈ ਜੀ। ਤੇ ਜਿਹੜਾ ਜੇ ਨਾਲ ਤੁਰਿਆ ਫਿਰਦਾ ਹੈਗਾ, ਉਹ ਕਹਿੰਦੇ ਥੋੜ੍ਹਾ ਜਿਹਾ ਢਿੱਲਾ ਰਿਹਾ ਕੰਮ ਉਹਨਾਂ ਦਾ ਸ਼ਾਇਦ। ਪਰ ਮੇਨ ਮੁਕਾਬਲਾ ਜਿਹੜਾ ਸੀਗਾ ਉਹ ਕਾਂਗਰਸ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਸੀ। ਉਹਨਾਂ ਨੇ, ਕਿਉਂਕਿ ਸਰਕਾਰ ਹੈ, ਉਹਨਾਂ ਨੇ ਇਸ ਲੋਕਲ ਬਾਡੀ ਚੋਣਾਂ ਦੇ ਵਿੱਚ ਕਾਫੀ ਜਿਹੜੀ ਹੈ ਉਹ ਬਾਜੀ ਮਾਰੀ ਹੈ। ਔਰ ਲੱਗਦਾ ਕਿ ਲੋਕਾਂ ਦਾ ਅਜੇ ਸਰਕਾਰ ਦੇ ਵਿੱਚ ਤੋਂ ਮੋਹ ਭੰਗ ਨਹੀਂ ਹੋਇਆ, ਕਿਉਂਕਿ ਸਰਕਾਰ ਦਾ ਜੇ ਸਮਾਂ ਪਿਆ ਉੱਥੇ 24 ਤੋਂ ਬਾਅਦ ਚੋਣਾਂ ਹੋਣੀਆਂ ਨੇ, ਸ਼ਾਇਦ 25 'ਚ ਨੇ। ਇਸ ਕਰਕੇ ਲੋਕਾਂ ਦੀ ਆਸ ਵੀ ਹੁੰਦੀ ਹੈ। ਬਾਕੀ ਮੈਂ ਦੂਜੀ ਗੱਲ ਇੱਕ ਕਹਾਂ, ਇਹ ਚੋਣਾਂ ਦੇ ਡਰਾਮੇ ਬੰਦ ਕਰ ਦੇਣੇ ਚਾਹੀਦੇ ਨੇ, ਜਿਹੜੀਆਂ ਖਾਸ ਕਰ ਸਰਪੰਚੀ ਦੀਆਂ ਨੇ ਜਾਂ ਲੋਕਲ ਬਾਡੀ ਦੀਆਂ ਨੇ। ਇਹ ਤਾਂ ਨਾਮਜ਼ਦ ਕਰ ਦਿਓ, ਜਿਹਦੀ ਪਾਰਟੀ ਆ ਉਹਦੇ ਨਾਮਜ਼ਦ ਕਰ ਦਿਓ, ਜਾਂ ਫਿਰ ਸਾਰੇ ਭਾਰਤ ਦੇ ਵਿੱਚ ਇੱਕੋ ਸਮੇਂ ਚੋਣ ਹੋਵੇ, ਜਿਵੇਂ ਅਮਰੀਕਾ ਕੈਨੇਡਾ 'ਚ ਹੁੰਦੀ ਹੈ। ਉਹ ਚੋਣ ਦੇ ਵਿੱਚ MLA ਵੀ ਚੁਣੇ ਜਾਣ, ਭਾਵੇਂ ਉਹ ਚੋਣ ਕਰਾਉਣ ਵਾਸਤੇ 2 ਮਹੀਨੇ ਲਾ ਦਿਓ ਜੀ। ਇਹ ਨਹੀਂ ਹੈ ਕਿ ਸਾਰਾ ਸਾਲ ਤੁਸੀਂ ਚੋਣਾਂ 'ਚ ਹੀ ਲੱਗੀ ਜਾਓ। ਔਰ ਜਿਹਦੀ ਸਰਕਾਰ ਹੋਵੇ, ਇਹ ਨੁਮਾਇੰਦੇ ਵੀ ਉਹਦੇ ਹੋਣ ਤਾਂ ਚੰਗੀ ਗੱਲ ਹੁੰਦੀ ਹੈ। ਨਹੀਂ ਫਿਰ ਟੁੱਟ ਭੱਜ ਪ੍ਰੈਸ਼ਰ ਪਾ ਕੇ ਲੋਕਾਂ ਨੂੰ ਲਿਆਈ ਜਾਂਦੇ ਨੇ। ਇਹ ਕੋਈ ਬੜੀ ਵਧੀਆ ਗੱਲ ਨਹੀਂ ਹੈਗੀ ਲੋਕਤੰਤਰ ਦੇ ਵਿੱਚ। ਜਾਂ ਤਾਂ ਇੱਕੋ ਵਾਰ ਹੋਵੇ, ਤੇ ਜਾਂ ਫਿਰ ਜਿਹਦੀ ਸਰਕਾਰ ਆ ਉਹ ਆਪਣੇ ਬੰਦੇ ਨਾਮਜ਼ਦ ਕਰ ਲੇ। ਮਾਰਕੀਟ ਕਮੇਟੀਆਂ ਵੀ ਤਾਂ ਹੁਣ ਪੰਜਾਬ ਸਰਕਾਰ ਨਾਮਜ਼ਦ ਕਰੇਗੀ ਹੋਈ ਜੀ, ਇਹ ਵੀ ਨਾਮਜ਼ਦ ਕਰ ਲੈਣ। ਇਸ ਕਰਕੇ ਇਹਦਾ ਕੋਈ ਮਹਿਨਾ ਨਹੀਂ ਹੁੰਦਾ, ਤੇ ਨਾ ਹੀ ਇਹਦਾ ਕੋਈ ਅਰਥ ਹੈਗਾ। ਕੋਈ ਸਮਾਂ ਹੁੰਦਾ ਸੀ ਜਦੋਂ ਇਹ ਲੋਕਲ ਬਾਡੀਜ਼ ਆਮ ਤੌਰ ਤੇ ਦੂਜੀਆਂ ਪਾਰਟੀਆਂ ਬਣਾ ਜਾਂਦੀਆਂ ਸੀ, ਤੇ ਸਰਕਾਰ ਕਿਸੇ ਦੀ, ਲੋਕਲ ਬਾਡੀ ਕਿਸੇ ਦੀ, ਪੰਚਾਇਤਾਂ ਕਿਸੇ ਦੀਆਂ ਜੀ। ਪਰ ਜਦੋਂ ਤੋਂ
ਇੱਥੇ ਪਦਾਰਥਵਾਦੀ ਯੁੱਗ ਦੇ ਵਿੱਚ ਮਾਇਆ ਭਾਰੂ ਹੋਈ ਹੈ ਤੇ ਲੋਕਾਂ ਦੇ ਵਿੱਚ ਇਹ ਜਿਹੜੀਆਂ ਸਾਰੀਆਂ ਵਿਭਾਗ ਨੇ ਇਹ ਤੋਤੇ ਬਣ ਗਏ ਨੇ ਸਰਕਾਰਾਂ ਦੇ। ਉਦੋਂ ਬਾਅਦ ਲੋਕਤੰਤਰ ਦਾ ਲਗਾਤਾਰ ਜਨਾਜ਼ਾ ਹੀ ਨਿਕਲ ਰਿਹਾ, ਘਾਣ ਕੀਤਾ ਜਾ ਰਿਹਾ। ਬਿਹਤਰ ਇਹ ਹੈ ਇਹਨੂੰ ਨਾਮਜ਼ਦ ਵਾਲੇ ਪਾਸੇ ਕਰ ਲਓ, ਲੋਕਾਂ ਦੇ ਵਿੱਚ ਵੰਡੀਆਂ ਨਾ ਪਾਓ। ਬਣਾਉਣੇ ਦਾ ਤੁਸੀਂ ਉਹੀ ਨੇ ਜਿਹੜੇ ਤੁਹਾਡੇ ਚਹੇਤੇ ਨੇ, ਤੇ ਫਿਰ ਕਿਉਂ ਡਰਾਮੇ ਕਰਦੇ ਹੋ ਇਹ ਜੀ। ਉਹਦੀ ਥਾਂ ਦੇ ਉੱਤੇ ਨਾਲ ਤਾਂ ਪੈਸਾ ਖਰਚ ਹੁੰਦਾ ਹੈ, ਨਾਲੇ ਇਹਨਾਂ ਚੋਣਾਂ ਦੇ ਵਿੱਚ ਆਪਸ ਵਿੱਚ ਦੀ ਬੈਰ ਵਿਰੋਧ ਵੀ ਵੱਧਦਾ ਹੈ ਜੀ। ਜੇਕਰ ਗੱਲ ਕੀਤੀ ਜਾਵੇ ਕੇਂਦਰ ਸਰਕਾਰੀ ਦਾ, ਕੇਂਦਰ ਸਰਕਾਰ ਨੇ ਦਿੱਲੀ ਦੇ ਵਿੱਚ 53 ਮੰਦਰ ਜਿਹੜੀ ਢਾਉਣ ਦੀ ਗੱਲ ਆਖੀ ਹੈ, ਜਿਸ ਦਾ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਕੀਤਾ ਗਿਆ ਤੇ ਕਿਹਾ ਗਿਆ ਕਿ ਬੀਜੇਪੀ ਦਾ ਜਿਹੜਾ ਅਸਲ ਚਿਹਰਾ ਉਹ ਸਾਹਮਣੇ ਆ ਗਿਆ। ਦੇਖੋ ਪੰਗੂ, ਅਜੇ ਇਹਦਾ ਪੂਰੀ ਡਿਟੇਲ ਤਾਂ ਨਹੀਂ ਸਾਹਮਣੇ ਆਈ ਜੀ, ਲੇਕਿਨ ਇੱਕ ਚੀਜ਼ ਜ਼ਰੂਰ ਹੈਗੀ ਹੈ ਕਿ ਅੱਜ ਸੜਕਾਂ ਦੇ ਉੱਤੇ, ਹਾਈਵੇ ਦੇ ਉੱਤੇ ਖੁੰਬਾਂ ਵਾਂਗੂ ਇਹ ਉੱਗੇ ਹੋਏ ਨੇ ਧਾਰਮਿਕ ਸਥਾਨ ਜੀ। ਘੱਟ ਉਹਦੇ ਵਿੱਚ ਕੋਈ ਵੀ ਨਹੀਂ। ਜਦੋਂ ਨਰਿੰਦਰ ਮੋਦੀ ਸਾਹਿਬ ਗੁਜਰਾਤ ਦੇ ਮੁੱਖ ਮੰਤਰੀ ਬਣੇ ਸੀ ਤਾਂ 250 ਦੇ ਕਰੀਬ ਮੰਦਰ ਉਹਨਾਂ ਨੇ ਮੁੱਖ ਸੜਕਾਂ ਤੋਂ 250, ਤੁਸੀਂ ਕਿਸੇ ਸੜਕ ਤੇ ਜਾ ਕੇ ਦੇਖ ਲਓ, 4 ਦਿਨ ਕੱਪੜਾ ਪਾਓ, ਮੁੜ ਕੇ ਉੱਥੇ 4 ਇੱਟਾਂ ਰੱਖੋ ਤੇ ਧਾਰਮਿਕ ਸਥਾਨ ਉਸਰ ਜਾਂਦਾ ਹੈ। ਹਿੰਦੁਸਤਾਨ ਤੇ ਪਾਕਿਸਤਾਨ 47 ਚ ਬਣੇ, ਉਦੋਂ ਪਹਿਲਾਂ ਇੱਕ ਵਿਸ਼ੇਸ਼ ਫਿਰਕੇ ਦੇ ਮੰਨੇ ਜਾ ਸਕਦੇ ਆ ਕਿ ਉਹ ਇੱਥੇ ਰਹਿੰਦੇ ਸੀ, ਤੇ ਉਦੋਂ ਬਾਅਦ ਇਹ ਵਪਾਰ ਬਣ ਗਏ ਨੇ। ਹਫ਼ਤੇ ਦਾ ਰਾਸ਼ਨ ਇਕੱਠਾ ਕਰੋ, ਜਾਓ। ਇਹਨਾਂ ਦੀ ਅਸਲ ਸਥਿਤੀ ਕੀ ਹੈ? ਇਹ ਸੰਜੇ ਸਿੰਘ ਹੋਰਾਂ ਨੇ ਸਵਾਲ ਚੱਕਿਆ, ਜਿਹੜੇ ਇਹਨਾਂ ਦੇ ਰਾਜ ਸਭਾ ਦੇ ਮੈਂਬਰ ਨੇ ਜੀ। ਉਹ ਕਹਿੰਦੇ ਕੇਂਦਰ ਸਰਕਾਰ ਨੇ ਦਿੱਲੀ ਦੀ ਸਰਕਾਰ ਨੂੰ ਪੱਤਰ ਲਿਖਿਆ ਕਿ 53 ਮੰਦਰ ਹੈ ਜਿਹੜੇ ਇਹ ਨਜਾਇਜ਼ ਨੇ। ਜਾਂ ਤਾਂ ਸੰਜੇ ਸਿੰਘ ਨੂੰ ਸਪਸ਼ਟ ਕਰਨ ਕਿ ਜਿਹੜੇ ਇਹ ਮੰਦਰ ਬਣੇ ਹੋਏ ਨੇ ਬਿਲਕੁਲ ਨਕਸ਼ੇ ਮੁਤਾਬਕ ਨੇ, ਇਹਨਾਂ ਦਾ ਥਾਂ ਛੱਡਿਆ ਗਿਆ ਸੀ, ਇਹਨਾਂ ਦਾ ਸੜਕਾਂ ਦੇ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦੇ ਨਾਲ ਟ੍ਰੈਫਿਕ ਨੂੰ ਕੋਈ ਪ੍ਰਭਾਵ ਨਹੀਂ ਹੁੰਦਾ। ਇਹਨਾਂ ਦੇ ਵਿੱਚ ਮੇਨ ਜਿਹਦੀ ਉਹ ਗੱਲ ਕਰਦੇ ਨੇ ਉਹ ਹਨੂਮਾਨ ਮੰਦਰ ਹੈ, ਕ੍ਰਿਸ਼ਨਾ ਅਧਿਆਤਮਕ ਕੁਟੀਰ ਮੰਦਰ ਹੈ, ਸ਼੍ਰੀ ਰਾਮ ਪ੍ਰਾਚੀਰ ਮੰਦਰ ਹੈ, ਗੁਰੂ ਗ੍ਰਾਮ ਵਾਲੀ ਮਾਤਾ ਮੰਦਰ ਹੈ, ਕਸਤੂਰਬਾ ਨਗਰ ਦੇ ਵਿੱਚ ਹਨੂਮਾਨ ਮੰਦਰ ਹੈ। ਇਸੇ ਤਰ੍ਹਾਂ ਤਿਆਗੀ ਰਾਜ ਆ ਇੱਕ ਮਕਬਰਾ, ਇਹ ਵੀ ਇੱਕ ਖੇਤਰ ਦੇ ਵਿੱਚ ਕੋਈ ਹੈ। ਸੋ ਜਾਂ ਤਾਂ ਸਰਕਾਰ ਪਹਿਲਾਂ ਕੋਈ ਇਹ ਕਰੇ ਕਿ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਹੋਏਗਾ ਕਿ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਇਆ ਹੋਇਆ ਹੈ, ਜੇ ਗੈਰ ਕਾਨੂੰਨੀ ਹੈ ਉਹ ਢਾਉਣ ਲੱਗੇ ਨੇ ਤੇ ਫਿਰ ਇਹਦੀ ਕਿਸੇ ਨੂੰ ਵਿਰੋਧਤਾ ਨਹੀਂ ਕਰਨੀ ਚਾਹੀਦੀ। ਜੇ ਉਹ ਨਿਯਮਤ ਤੌਰ ਤੇ ਬਣੇ ਹੋਏ ਨੇ, ਬਕਾਇਦਾ ਨਕਸ਼ਾ ਪਾਸ ਕਰਕੇ ਬਣੇ ਨੇ, ਤੇ ਫਿਰ ਸਰਕਾਰ ਢਾਉਂਦੀ ਹੈ, ਫਿਰ ਸਰਕਾਰ ਦੀ ਗਲਤੀ ਹੈ। ਵੈਸੇ ਜੇ ਉਹਨਾਂ ਨੇ ਇਹ ਕਦਮ ਚੱਕਿਆ ਤਾਂ ਇਹਦੇ ਪਿੱਛੇ ਜਿਹੜੀ ਇਹਦੀ ਅਸਲੀਅਤ ਹੈ ਸੰਜੇ ਸਿੰਘ ਹੋਰਾਂ ਨੂੰ ਉਹ ਵੀ ਲੋਕਾਂ 'ਚ ਲਿਆਉਣੀ ਚਾਹੀਦੀ ਹੈ ਕਿ ਇਹ ਗੈਰ ਕਾਨੂੰਨੀ ਢੰਗ ਨਾਲ ਨਹੀਂ ਬਣੇ, ਨਿਯਮਤ ਬਣੇ ਨੇ, ਸਰਕਾਰ ਧੱਕਾ ਕਰ ਰਹੀ ਹੈ। ਤੇ ਜੇ ਗੈਰ ਕਾਨੂੰਨੀ ਬਣੇ ਨੇ ਫਿਰ ਮੈਂ ਸਮਝਦਾ ਕਿ ਉਹਦੇ ਵਿੱਚ ਜੇ ਬਲਡੋਜ਼ਰ ਤੁਸੀਂ ਹੋਰਾਂ ਥਾਵਾਂ ਤੇ ਜਾ ਕੇ ਇਹ ਚਲਾ ਰਹੇ ਨੇ ਤਾਂ ਜਿਹੜੀਆਂ ਚੀਜ਼ਾਂ ਗੈਰ ਕਾਨੂੰਨੀ ਢੰਗ ਨਾਲ ਬਣ ਗਈਆਂ, ਜਲ ਨਿਕਾਸੀਆਂ ਨਹੀਂ ਛੱਡੀਆਂ ਪੰਜਾਬ 'ਚ, ਜਿੱਥੇ ਜਿੱਥੇ ਜੀ ਕਰਦਾ ਪਤਾ ਹੀ ਨਹੀਂ ਕਿੰਨੇ ਕੁ ਬਣ ਗਏ ਨੇ। ਜਿੱਥੇ ਕੋਈ ਜੀ ਕਰਦਾ 4 ਇੱਟਾਂ ਰੱਖ ਕੇ ਸੜਕ ਦੇ ਵਿਚਾਲੇ ਟੱਲੀਆਂ ਵਜਾਉਂਦੇ ਤੁਰੇ ਫਿਰਦੇ ਨੇਗੇ। ਤੇ ਜੇ ਗੈਰ ਕਾਨੂੰਨੀ ਨੇ ਫਿਰ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜੀ। ਜੇਕਰ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲਾ ਕਤਲकांड ਦੀ, ਤਾਂ ਦਿੱਲੀ ਕ੍ਰਾਈਮ ਵਿਚਾਰ ਬ੍ਰਾਂਚ ਨੇ ਜਿਹੜਾ ਫਤਿਆਬਾਦ ਦੇ ਵਿੱਚ ਹੋਟਲ ਜਿਹੜੇ ਸੰਚਾਲਕ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਉੱਥੇ ਕਹਿੰਦੇ ਜੀ ਅਸਲੇ ਸਮੇਤ ਜਦੋਂ ਇੱਥੋਂ ਪਟਿਆਲੇ ਤੋਂ ਗਏ ਨੇ, ਇਹ ਰਹੇ ਨੇ ਇੱਕ ਕਿਰਮਰਾ ਪਿੰਡ ਹੈ ਹਿਸਾਰ ਜ਼ਿਲ੍ਹੇ ਦਾ, ਉੱਥੋਂ ਵੀ ਬੰਦੇ ਫੜੇ ਨੇ, ਉੱਥੇ ਵੀ ਗਏ ਨੇ। ਦਿੱਲੀ ਬ੍ਰਾਂਚ ਜਿਹੜੀ ਹੈਗੀ ਆ ਉਹ ਕਾਫੀ ਤੇਜ਼ੀ ਨਾਲ ਅੱਗੇ ਵੱਧਦੀ ਜਾ ਰਹੀ ਹੈ ਤੇ ਥਾਂ ਥਾਂ ਦੇ ਉੱਤੋਂ ਉਹ ਲੋਕ ਇਹਦੇ ਨਾਲ ਜੁੜੇ ਹੋਏ ਲੋਕਾਂ ਨੂੰ ਕਾਬੂ ਕਰ ਰਹੇ ਨੇ। ਇਹਦੇ ਵਿੱਚ ਪੰਜਾਬ ਦੀ ਪੁਲਿਸ ਕੁਝ ਪਛੜੀ ਲੱਗਦੀ ਹੈ ਤੇ ਪੰਜਾਬ ਸਰਕਾਰ ਨੂੰ ਇਹਦਾ ਜਵਾਬ ਦੇਣਾ ਪਵੇਗਾ ਕਿ ਪੰਜਾਬ ਪੁਲਿਸ ਦੀ ਇਸ ਮਾਮਲੇ 'ਚ ਕਾਰਜਗੁਜ਼ਾਰੀ ਢਿੱਲੀ ਕਿਉਂ ਰਹੇਗੀ। ਇਹਦੇ ਪਿੱਛੇ ਕੋਈ ਸਿਆਸੀ ਕਾਰਨ ਤਾਂ ਨਹੀਂ ਜੀ। ਇਹ ਸਾਰੀਆਂ ਚੀਜ਼ਾਂ ਦੇ ਲੋਕ ਸਵਾਲ ਪੁੱਛਦੇ ਆ ਤੇ ਅਗਲੇ ਸਮੇਂ ਦੇ ਵਿੱਚ ਇਹਦੇ ਵਿੱਚ ਇਹਨਾਂ ਨੂੰ ਇਹਦਾ ਜਵਾਬ ਦੇਣਾ ਹੀ ਪਵੇਗਾ ਜੀ। ਜੇਕਰ ਗੱਲ ਕੀਤੀ ਜਾਵੇ ਕਰੋਨਾ ਦੀ, ਤਾਂ ਦੱਸਿਆ ਜਾ ਰਿਹਾ ਕਿ ਮੁੜ ਜਿਹੜਾ ਕਰੋਨਾ ਦੇਸ਼ ਦੇ ਅੰਦਰ ਪੈਰ ਪਸਾਰ ਰਿਹਾ, ਜਿਸ ਨੂੰ ਲੈ ਕੇ ਜਿਹੜੀਆਂ ਜੇਕਰ ਸਿਹਤ ਟੀਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ। ਦੇਖੋ 5.25 ਲੱਖ ਦੇ ਕਰੀਬ ਪਹਿਲਾਂ ਦੇਸ਼ ਦੇ ਵਿੱਚ ਲੋਕ ਕਰੋਨਾ ਦੇ ਨਾਲ ਮਾਰੇ ਗਏ ਜੀ। ਤਾਜ਼ਾ ਸਥਿਤੀ ਦੇ ਵਿੱਚ ਇਹ ਕਹਿ ਰਿਹਾ ਕਿ ਦੇਸ਼ ਅੰਦਰ ਇੱਕ ਦਿਨ 13,313 ਇਹ ਕਰੋਨਾ ਦੇ ਮਾਮਲੇ ਆਏ ਨੇ। ਇਹਨਾਂ ਦੀ ਗਿਣਤੀ ਦੁਬਾਰਾ ਵੱਧ ਰਹੀ ਹੈ। ਇਹ ਕੇਂਦਰੀ ਸਿਹਤ ਮੰਤਰਾਲੇ ਨੇ ਸੂਚਨਾ ਜਾਰੀ ਕੀਤੀ ਹੈ। ਮੇਰਾ ਖਿਆਲ ਸਰਕਾਰਾਂ ਨੂੰ ਤੇ ਇਹਨਾਂ ਨੂੰ ਆਪਸ ਵਿੱਚ ਦੀ ਤਾਲਮੇਲ ਰਾਹੀਂ
ਇਹ ਕੰਮ ਕਰਨੀ ਚਾਹੀਦੀ ਹੈ। ਪੰਜਾਬ ਦੇ ਵਿੱਚ ਤਾਂ ਇੱਥੇ ਤਾਲਮੇਲ ਦੇ ਵਿੱਚ ਜਿਹੜੀਆਂ ਕਰੋਨਾ ਕਿਟਾਂ ਆ ਉਹਦਾ ਬਹੁਤ ਵੱਡਾ ਘਪਲਾ ਚੱਲ ਰਿਹਾ। ਚੋਣ ਕਮਿਸ਼ਨ ਖਰੀਦਦਾ ਹੈ 60 ਰੁਪਈਆਂ ਤੋਂ ਥੱਲੇ, ਤੇ ਉਸੇ ਚੀਜ਼ ਨੂੰ ਪੰਜਾਬ ਸਰਕਾਰ ਦਾ ਸਿਹਤ ਮੰਤਰਾਲਾ ਖਰੀਦਦਾ ਹੈ 160 ਰੁਪਈਆਂ ਦੇ ਨੇੜੇ ਤੇੜੇ ਜਾ ਕੇ 3 ਗੁਣਾ ਕੀਮਤ ਦੇ ਉੱਤੇ। ਤੇ ਇਹ ਸਵਾਲ ਤਾਂ ਇਹ ਵੀ ਉੱਠ ਰਹੇ ਨੇ, ਇਹ ਵੀ ਕਰੋਨਾ ਵੀ ਨਹੀਂ ਛੱਡਿਆ ਇਹਨਾਂ ਨੇ। ਜਿਵੇਂ ਇੱਥੇ ਗੱਲ ਚੱਲੀ ਸੀ ਕਿ ਜਿਨ੍ਹਾਂ ਫੌਜੀ ਵੀਰਾਂ ਦੇ ਤਬੂਤ ਦੇ ਵਿੱਚ ਸਰੀਰ ਬੰਦ ਹੋ ਕੇ ਆਉਂਦੇ ਨੇ, ਇਹਨਾਂ ਨੇ ਤਾਂ ਉਹਦੇ ਵਿੱਚ ਵੀ ਕਮਿਸ਼ਨ ਨਹੀਂ ਛੱਡੀ ਜੀ। ਸੋ ਇਹ ਕਰੋਨਾ ਮਹਾਮਾਰੀ ਹੈ। ਜੇ ਕਰੋਨਾ ਇਸ ਤਰੀਕੇ ਨਾਲ ਅਜੇ ਵੀ ਨਹੀਂ ਗਿਆ ਤਾਂ ਜਿਹੜੀਆਂ ਹਦਾਇਤਾਂ ਸਰਕਾਰ ਨੇ ਜਾਰੀ ਕੀਤੀਆਂ ਨੇ, ਸਾਨੂੰ ਸਾਰਿਆਂ ਨੇ ਉਹਨਾਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੀ, ਜੇਕਰ ਗੱਲ ਕੀਤੀ ਜਾਵੇ 1 ਜੁਲਾਈ ਤੇ 1 ਜੁਲਾਈ ਤੋਂ ਦੱਸਿਆ ਜਾ ਰਿਹਾ ਕਿ ਜਿਹੜੇ ਦਫ਼ਤਰ ਨੇ ਉਹਨਾਂ ਵਿੱਚ ਮੁਲਾਜ਼ਮ 12 ਘੰਟੇ ਕੰਮ ਕਰਨਗੇ ਤੇ ਉਹਨਾਂ ਦਾ ਜਿਹੜਾ PF ਆ ਉਹ ਵਧੇਗਾ ਤੇ ਤਨਖਾਹ ਘਟੇਗੀ। ਮੋਦੀ ਸਰਕਾਰ ਨੇ ਹੁਕਮ ਜਾਰੀ ਕੀਤਾ। ਦੇਖੋ, ਇਹ ਕਹਿ ਰਹੇ ਨੇ ਜੀ ਕਿ 10 ਤੋਂ 12 ਘੰਟੇ ਤੱਕ ਕੰਮ ਕਰੋ 8 ਦੀ ਬਜਾਏ। ਜੇ ਉਹ ਲਾਗੂ ਹੁੰਦਾ ਤਾਂ ਭੰਗੂ ਇੱਕ ਹਫ਼ਤੇ ਦੇ ਵਿੱਚ ਕਹਿੰਦੇ ਵੀ 4 ਦਿਨ ਹੀ ਕੰਮ ਕਰਨਾ, 3 ਦਿਨ ਛੁੱਟੀਆਂ। ਜੀ, ਇਹ ਕਿਹੜੇ ਪਾਸੇ ਨੂੰ ਚੱਲੀ ਆ ਮੋਦੀ ਹੋਰਾਂ ਦੀ ਸਰਕਾਰ? 3 ਦਿਨ ਦਫ਼ਤਰ ਬੰਦ ਜੀ, 3 ਦਿਨ ਕੋਈ ਕੰਮ ਨਹੀਂ ਲੋਕਾਂ ਦਾ ਹੋਣਾ। ਅਸੀਂ ਤਾਂ ਇਹ ਕਹਿੰਦੇ ਆ ਕਿ ਜਿਹੜਾ ਤੁਸੀਂ 5 ਦਿਨ ਕੀਤਾ ਇਹਨੂੰ 5 ਦਿਨ ਦੀ ਬਜਾਏ ਵੀ 6 ਦਿਨ ਕਰੋ। ਜਿਹੜਾ ਬੰਦਾ ਇੱਕ ਵਾਰੀ ਦਫ਼ਤਰ 'ਚ ਆ ਗਿਆ ਉਹ ਤੋਂ ਘੰਟਾ ਕੰਮ ਕਰਾਓ, 2 ਕਰਾਓ, 4 ਕਰਾਓ। ਇਹ ਲੋਕ ਮਸ਼ੀਨ ਨਹੀਂ ਜਿਹੜੇ 12-12 ਘੰਟੇ ਤੱਕ ਬੈਠੇ ਰਹਿਣਗੇ। ਮੇਰਾ ਖਿਆਲ ਇਹ ਸਾਰਾ ਫੈਸਲਾ ਜਿਹੜੀਆਂ ਨਿੱਜੀ ਘਰਾਣੇ ਨੇ ਉਹਨਾਂ ਦੇ ਮੱਦੇ ਨਜ਼ਰ ਕੀਤਾ ਜਾ ਰਿਹਾ ਹੈ। ਕਹਿੰਦੇ PF ਵਧੇਗਾ, ਇਕੱਠੇ ਪੈਸੇ ਮਿਲਣਗੇ, ਪੈਨਸ਼ਨ 'ਚ ਫਰਕ ਪਏਗਾ। ਕੀ ਮਨੁੱਖ ਬਿਨਾਂ ਰੋਕ ਟੋਕ ਅੱਧੇ ਘੰਟੇ ਦਾ ਤੁਸੀਂ ਦੁਪਹਿਰ ਦੇ ਖਾਣੇ ਦਾ ਬ੍ਰੇਕ ਦੇ ਦਿਓਗੇ? 12 ਘੰਟੇ ਕੰਮ ਕਰ ਸਕਦਾ ਹੈ? ਅੰਤਰਰਾਸ਼ਟਰੀ ਪੱਧਰ ਦੇ ਰੂਲ ਕੀ ਨੇ? ਤੇ ਇਹ ਜਿਹੜਾ ਨਾਦਰਸ਼ਾਹੀ ਫਰਮਾਨ ਫਰਮਾਉਣ ਲੱਗੇ ਨੇ, ਮੈਨੂੰ ਨਹੀਂ ਲੱਗਦਾ ਕਿ ਮੁਲਾਜ਼ਮ ਇਸ ਚੀਜ਼ ਨੂੰ ਪ੍ਰਵਾਨ ਕਰਨਗੇ। ਇੱਕ ਪਹਿਲਾਂ ਸਿਆਪਾ ਬੇਰੁਜ਼ਗਾਰੀ ਵਧਾਉਣ ਵਾਲਾ ਇਹਨਾਂ ਨੇ ਅਗਨੀ ਪੱਥ ਦਾ ਪਾਤਾ, ਆ ਇੱਕ ਨਵਾਂ ਪੰਗਾ ਹੋਰ ਛੇੜਨ ਲੱਗੇ ਨੇ। ਮੇਰੀ ਆਪਣੀ ਸਮਝ ਕਹਿੰਦੀ ਹੈ ਕਿ ਇਹ ਮੁਲਾਜ਼ਮ ਵਿਰੋਧੀ ਫੈਸਲਾ ਹੈ। ਇਹਦੇ ਨਾਲ PF ਵਧਾਉਣਾ ਵੈਸੇ ਵਧਾ ਲਓ, ਜਿਹੜੇ ਪਰਸੈਂਟੇਜ ਤੁਸੀਂ ਇਹਦੇ ਨਾਲ ਘਟਾਉਣੀ ਹੈ ਪਹਿਲੇ 'ਚੋਂ ਵੀ ਘਟਾ ਲਓ। ਮੈਨੂੰ ਨਹੀਂ ਲੱਗਦਾ ਕਿ ਇਹ 3 ਦਿਨ ਛੁੱਟੀਆਂ ਕਰ ਦਿਓ ਤੇ 4 ਦਿਨ ਇੱਥੇ ਕੰਮ ਕਰੋ, ਉਦੋਂ ਬਾਅਦ ਵੀ 2-4 ਦਿਨ ਆ ਜਾਣਗੇ ਕਿ ਅੱਜ ਫਲਾਨੀ ਛੁੱਟੀ, ਢੀਗੜੀ ਛੁੱਟੀ, ਤੇ ਹਫ਼ਤਾ ਦਫ਼ਤਰ ਬੰਦ ਕਰ ਦਿਓ। ਇਹਦੇ ਨਾਲ ਲੋਕਾਂ ਦੇ ਕੰਮ ਹੋਰ ਸਫਰ ਹੋਣਗੇ। ਇਹ ਕੋਈ ਜ਼ਿਆਦਾ ਸਿਆਣਪ ਵਾਲਾ ਫੈਸਲਾ ਮੈਨੂੰ ਨਜ਼ਰ ਨਹੀਂ ਆਉਂਦਾ। ਜੀ, ਧੰਨਵਾਦ ਜੀ। ਇਹ ਸਨ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੇ ਵੱਖੋ-ਵੱਖਰੇ ਮੁੱਦਿਆਂ ਤੇ ਚਰਚਾ ਕੀਤੀ ਹੈ। ਸੰਗਰੂਰ ਦੇ ਵਿੱਚ ਜਿਮਨੀ ਚੋਣਾਂ ਹੋ ਚੁੱਕੀਆਂ ਨੇ, ਹੁਣ ਦੇਖਣਾ ਇਹ ਹੋਊਗਾ ਕਿ ਇਸ ਦੇ ਵਿੱਚ ਜਿਹੜਾ ਕੌਣ ਆ ਉਹ ਬਾਜੀ ਮਾਰਦਾ। ਸੰਗਰੂਰ ਦੇ ਲੋਕ ਕਿਸ ਉੱਪਰ ਵਿਸ਼ਵਾਸ ਜਤਾਉਣਗੇ ਆਪਣਾ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਧੰਨਵਾਦ।